ਸਤਿ ਸ੍ਰੀ ਅਕਾਲ। ਅਜੀਤ ਵੈਬ ਟੀਵੀ ਦੇਖਣ ਵਾਲੇ ਸਾਰੇ ਹੀ ਦਰਸ਼ਕਾਂ ਦਾ ਅਜੀਤ ਖਬਰਾਂ ਦੇ ਅੱਜ ਦੇ ਇਸ ਬੁਲੇਟਿਨ ਦੇ ਵਿੱਚ ਸਵਾਗਤ। ਮੈਂ ਹਾਂ ਕਮਲਪ੍ਰੀਤ ਸਿੰਘ ਤੇ ਰੋਜ਼ਾਨਾ ਦੀ ਤਰ੍ਹਾਂ ਆਓ ਸਭ ਤੋਂ ਪਹਿਲਾਂ ਜਾਣਦੇ ਹਾਂ ਅੱਜ ਦੀਆਂ ਚੋਣਵੀਆਂ ਖਬਰਾਂ। ਕਾਂਗਰਸ ਵੱਲੋਂ ਭਾਰਤ ਜੋੜੋ ਯਾਤਰਾ ਦੀ ਸ਼ੁਰੂਆਤ। ਤਨਖਾਹਾਂ ਨੂੰ ਲੈ ਕੇ ਮੁਲਾਜ਼ਮਾਂ 'ਚ ਰੋਸ, ਸੀਐਮ ਬੋਲੇ ਅੱਜ ਸ਼ਾਮ ਤੱਕ ਆਏਗੀ ਤਨਖਾਹ। ਪੰਜਾਬ ਪੁਲਿਸ ਨੇ ਹਥਿਆਰਾਂ ਦੀ ਵੱਡੀ ਖੇਪ ਕੀਤੀ ਬਰਾਮਦ। ਮਸੀਹ ਮਹਾਸਭਾ ਦਾ ਵਫਦ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਮਿਲਿਆ ਅਤੇ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ SYL ਕਿਸੇ ਵੀ ਸੂਰਤ 'ਚ ਨਹੀਂ ਨਿਕਲਣ ਦੇਵਾਂਗੇ, ਨਵੰਬਰ ਵਿੱਚ ਪੱਕਾ ਮੋਰਚਾ ਲਾਵਾਂਗੇ। ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ ਤੇ ਬਾਕੀ ਦੀਆਂ ਅਹਿਮ ਖਬਰਾਂ ਦੀ ਜਾਣਕਾਰੀ। ਕਾਂਗਰਸ ਨੇ ਅੱਜ ਤੋਂ ਭਾਰਤ ਜੋੜੋ ਯਾਤਰਾ ਦੀ ਸ਼ੁਰੂਆਤ ਕਰ ਦਿੱਤੀ ਹੈ। ਯਾਤਰਾ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਕਾਂਗਰਸ ਆਗੂ ਰਾਹੁਲ ਗਾਂਧੀ ਸ਼੍ਰੀ ਪੇਰੰਬਦੂਰ ਪਹੁੰਚੇ। ਉਹਨਾਂ ਨੇ ਇੱਥੇ ਰਾਜੀਵ ਗਾਂਧੀ ਦੇ ਸਮਾਰਕ ਤੇ ਪਹੁੰਚ ਕੇ ਆਪਣੇ ਪਿਤਾ ਨੂੰ ਸ਼ਰਧਾਂਜਲੀ ਭੇਂਟ ਕੀਤੀ ਅਤੇ ਪ੍ਰਾਰਥਨਾ ਸਭਾ 'ਚ ਸ਼ਾਮਿਲ ਹੋਏ। ਉਹਨਾਂ ਨੇ ਆਪਣੇ ਪਿਤਾ ਦੀ ਯਾਦਗਾਰ ਤੇ ਇੱਕ ਬੂਟਾ ਵੀ ਲਗਾਇਆ। ਇਸ ਯਾਤਰਾ ਦੌਰਾਨ ਰਾਹੁਲ ਗਾਂਧੀ ਕੰਨਿਆ ਕੁਮਾਰੀ ਤੋਂ ਕਸ਼ਮੀਰ ਤੱਕ 3570 ਕਿਲੋਮੀਟਰ ਦੀ ਲੰਬੀ ਦੂਰੀ ਤੈਅ ਕਰਨਗੇ। ਇਹ ਯਾਤਰਾ 11 ਸਤੰਬਰ ਨੂੰ ਕੇਰਲ ਪਹੁੰਚੇਗੀ ਅਤੇ ਅਗਲੇ 18 ਦਿਨਾਂ ਤੱਕ ਰਾਜ ਦੀ ਯਾਤਰਾ ਕਰਕੇ 30 ਸਤੰਬਰ ਨੂੰ ਕਰਨਾਟਕ ਪਹੁੰਚੇਗੀ। ਇਹ ਯਾਤਰਾ ਕਰਨਾਟਕ ਵਿੱਚ 21 ਦਿਨਾਂ ਤੱਕ ਚੱਲੇਗੀ ਅਤੇ ਫਿਰ ਉੱਤਰ ਵੱਲ ਹੋਰ ਰਾਜਾਂ ਵਿੱਚ ਚੱਲੇਗੀ। ਉੱਥੇ ਹੀ ਇਸ ਯਾਤਰਾ ਦੇ ਲੱਗੇ ਪੋਸਟਰਾਂ 'ਚ ਪ੍ਰਿਯੰਕਾ ਗਾਂਧੀ ਦੇ ਪਤੀ ਰਾਬਰਟ ਵਾਡਰਾ ਦੀਆਂ ਤਸਵੀਰਾਂ ਸਾਹਮਣੇ ਆਈਆਂ, ਜਿਸ ਤੋਂ ਬਾਅਦ ਭਾਜਪਾ ਨੇ ਤੰਜ਼ ਕੱਸਿਆ ਕਿ ਇਹ ਭਾਰਤ ਜੋੜੋ ਯਾਤਰਾ ਹੈ ਜਾਂ ਪਰਿਵਾਰ ਜੋੜੋ। The entire country is walking on Kartavya Path and the family and the Congress party is walking on Gulami Ka Parivar Path. And yet again this has been proven with the kind of posters we are seeing in the so-called Bharat Jodo Yatra. It shows that this is not about Bharat Jodo. This is about Parivar ko jodo. This is about Bhrashtachariyon ko jodo. From north to south, east to west. Rahul ko नेतृत्व से जोड़ो, प्रियंका को पद से जोड़ो और रॉबर्ट को पार्टी से जोड़ो. This is what the entire Bharat Jodo Yatra is all about. PRTC ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਵੱਲੋਂ ਲਗਾਤਾਰ ਆਪਣੀਆਂ ਤਨਖਾਹਾਂ ਨੂੰ ਲੈ ਕੇ ਪਿਛਲੇ ਕਾਫੀ ਲੰਮੇ ਸਮੇਂ ਤੋਂ ਸੰਘਰਸ਼ ਕੀਤਾ ਜਾ ਰਿਹਾ ਹੈ, ਜਿਸ ਨੂੰ ਲੈ ਕੇ ਅੱਜ ਵੀ ਉਹਨਾਂ ਵੱਲੋਂ ਫਰੀਦਕੋਟ ਦੇ ਡਿਪੂ ਅੱਗੇ ਗੇਟ ਰੈਲੀ ਕੀਤੀ ਗਈ ਅਤੇ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਗਈ। ਇਸ ਦੌਰਾਨ ਆਗੂ ਸਿਮਰਜੀਤ ਸਿੰਘ ਅਤੇ ਬਿੱਕਰ ਸਿੰਘ ਨੇ ਦੱਸਿਆ ਕਿ ਹਰ ਮਹੀਨੇ ਦੀ ਤਰ੍ਹਾਂ ਉਹਨਾਂ ਨੂੰ ਆਪਣੀਆਂ ਤਨਖਾਹਾਂ ਧਰਨਾ ਲਗਾ ਕੇ ਲੈਣੀਆਂ ਪੈਂਦੀਆਂ ਹਨ। ਉਹਨਾਂ ਕਿਹਾ ਕਿ ਸਰਕਾਰ ਉਹਨਾਂ ਦੀਆਂ ਮੰਗਾਂ ਵੱਲ ਧਿਆਨ ਦੇਵੇ ਅਤੇ ਸਮੇਂ ਸਿਰ ਉਹਨਾਂ ਦੀਆਂ ਤਨਖਾਹਾਂ ਪਾਈਆਂ ਜਾਣ। ਅੱਜ ਦੀ ਗੇਟ ਰੈਲੀ ਜਿਹੜੀ ਹੈਗੀ ਆ ਜੀ ਸਾਡੀ PRTC ਮੁਲਾਜ਼ਮ ਐਕਸ਼ਨ ਕਮੇਟੀ ਵੱਲੋਂ, ਜਿਹਦੇ ਵਿੱਚ ਸਾਰੀਆਂ ਜਥੇਬੰਦੀਆਂ ਸ਼ਾਮਲ ਸੀ, ਉਹਨਾਂ ਵੱਲੋਂ ਜਿਹੜੀ ਅੱਜ ਦੀ ਗੇਟ ਰੈਲੀ ਆ ਉਹ ਮੁਲਾਜ਼ਮਾਂ ਦੀਆਂ ਤਨਖਾਹਾਂ ਨੂੰ ਮੁੱਖ ਰੱਖ ਕੇ, ਜਿਹੜੀ ਮੁਲਾਜ਼ਮਾਂ ਦੀ ਤਨਖਾਹ ਹੈ ਕਿੱਥੇ 1 ਤਰੀਕ ਤੋਂ ਜਾਂ ਪਹਿਲੇ ਹਫ਼ਤੇ ਲਗਭਗ ਹੈਗੀ ਆ ਉਹ ਆ ਜਾਣੀ ਚਾਹੀਦੀ ਹੁੰਦੀ ਹੈ, ਪਰ ਜਦੋਂ ਤੋਂ ਨਵੀਂ ਸਰਕਾਰ ਆਈ ਹੈ ਉਦੋਂ ਤੋਂ ਲੈ ਕੇ 4-5 ਮਹੀਨੇ ਹੋ ਚੁੱਕੇ ਨੇ। ਜਿਹੜੀ ਮੁਲਾਜ਼ਮਾਂ ਦੀ ਤਨਖਾਹ ਲਗਾਤਾਰ ਇੱਕ ਮਹੀਨਾ ਲੇਟ ਆਉਂਦੀ ਹੈਗੀ ਹੈ। ਪਿਛਲੀ ਤਨਖਾਹ ਵੀ ਸਾਨੂੰ ਧਰਨੇ ਦੇ ਕੇ ਲਗਾਤਾਰ ਧਰਨੇ ਮੁਜ਼ਾਹਰੇ ਕਰਕੇ ਜਿਹੜੀ ਹੈਗੀ ਹੈ 29 ਤਰੀਕ ਨੂੰ ਤਨਖਾਹ ਪਾਈ ਗਈ ਸੀਗੀ, ਪਰ ਅੱਜ ਵੀ ਉਹੀ ਹਾਲਾਤ ਲੱਗ ਰਹੇ ਨੇ। ਅੱਜ ਵੀ 7-8 ਤਰੀਕ ਹੋ ਚੱਲੀ ਹੈ, ਪਰ ਫਿਰ ਵੀ ਮੈਨੇਜਮੈਂਟ ਵੱਲੋਂ ਤਨਖਾਹ ਦੀ ਹਜੇ ਕੋਈ ਵਾਅਦਾ ਹੀ ਨਹੀਂ ਲੱਗ ਰਹੀ। ਉਹਦੇ ਰੋਸ ਵਜੋਂ ਜਿਹੜਾ ਹੈਗਾ ਸਾਰੀਆਂ ਜਥੇਬੰਦੀਆਂ ਦੇ ਮੁਲਾਜ਼ਮ, ਕੱਚੇ ਮੁਲਾਜ਼ਮ, ਪੱਕੇ ਮੁਲਾਜ਼ਮ ਤੇ ਪੈਨਸ਼ਨਰ ਸਾਥੀ ਜਿਹੜੇ ਹੈਗੇ ਆ ਉਹ ਇੱਥੇ ਤਨਖਾਹਾਂ ਦੀ ਸਮੇਂ ਸਿਰ ਅਤੇ ਪੈਨਸ਼ਨਾਂ ਦੀ ਮੰਗ ਨੂੰ ਸਮੇਂ ਸਿਰ ਪਾਉਣ ਵਾਸਤੇ ਜਿਹੜਾ ਹੈਗਾ ਉਹ ਇੱਥੇ ਅੱਜ ਗੇਟ ਰੈਲੀ ਕੀਤੀ ਸੀ। ਉੱਥੇ ਹੀ ਦੂਜੇ ਪਾਸੇ ਹਰਿਆਣਾ ਦੇ ਹਿਸਾਰ 'ਚ ਇੱਕ ਸੰਬੋਧਨ ਦੌਰਾਨ CM ਭਗਵੰਤ ਮਾਨ ਨੇ ਕਿਹਾ ਕਿ ਅੱਜ ਸ਼ਾਮ ਤੱਕ ਰੁਕੀਆਂ ਤਨਖਾਹਾਂ ਖਾਤਿਆਂ 'ਚ ਪਾ ਦਿੱਤੀਆਂ ਜਾਣਗੀਆਂ। आज शाम तक वो जो हमारे एम्प्लॉइज़ की कुछ तनख्वाह रहती है वो मिल जाएगी, क्योंकि हमने पॉजिटिव राजनीति की है। हमने मुलाजम पक्के किए, हमने भर्ती की और हमने शुगर केन वाले जो गन्ना मुलाजम थे पिछले कई सालों से धरने दे रहे थे, उनके पैसे भी आज ही जा रहे हैं। 94.98 करोड़ आज ही जा रहे हैं। आज शाम को तनख्वाह भी मिलेगी। हमने खजाने में जितने भी पैसे आते हैं हमने लोगों के लिए खोल रखे हैं। हम कर्जा भी नहीं लेते, लेकिन लोगों को हम कोई कमी भी नहीं छोड़ेंगे। और इस बार 23% GST की कलेक्शन बढ़ी है, और जितना टैक्स आएगा हम इंफ्रास्ट्रक्चर के रूप में, हम स्कूलों के रूप में, सस्ती बिजली के रूप में, हम सड़कों के रूप में, अच्छे स्कूलों के रूप में, मोहल्ला क्लिनिक के रूप में लोगों पर ही खर्च करेंगे।
ਡੀਜੀਪੀ ਪੰਜਾਬ ਗੌਰਵ ਯਾਦਵ ਨੇ ਦੱਸਿਆ ਕਿ ਮੱਧ ਪ੍ਰਦੇਸ਼ ਤੋਂ 2 ਹਥਿਆਰ ਸਪਲਾਇਰਾਂ ਦੀ ਗ੍ਰਿਫਤਾਰੀ ਨਾਲ ਇੱਕ ਅੰਤਰਰਾਜੀ ਗੈਰ ਕਾਨੂੰਨੀ ਹਥਿਆਰਾਂ ਦੀ ਤਸਕਰੀ ਦੇ ਮਾਡਿਊਲ ਦਾ ਪਰਦਾਫਾਸ਼ ਕਰਨ ਤੋਂ ਕੁਝ ਦਿਨ ਬਾਅਦ ਪੰਜਾਬ ਪੁਲਿਸ ਨੇ ਮੱਧ ਪ੍ਰਦੇਸ਼ ਦੇ ਕਾਜਲਪੁਰਾ ਤੋਂ ਹਥਿਆਰ ਬਣਾਉਣ ਵਾਲੇ ਨੂੰ ਵੀ ਗ੍ਰਿਫਤਾਰ ਕੀਤਾ ਹੈ। ਫੜੇ ਗਏ ਵਿਅਕਤੀ ਦੀ ਪਹਿਚਾਣ ਸੋਨੂ ਸਿੰਘ ਵਾਸੀ ਪਿੰਡ ਸਿਗਨੂਰ ਜ਼ਿਲ੍ਹਾ ਖਰਗੋਨ ਵਜੋਂ ਹੋਈ ਹੈ, ਜੋ ਐਮਪੀ ਵਿੱਚ ਹਥਿਆਰਾਂ ਦਾ ਇੱਕ ਛੋਟਾ ਨਿਰਮਾਣ ਯੂਨਿਟ ਚਲਾ ਰਿਹਾ ਹੈ ਅਤੇ ਐਮਪੀ ਸਮੇਤ ਉੱਤਰੀ ਭਾਰਤ ਦੇ ਵੱਖ-ਵੱਖ ਰਾਜਾਂ ਵਿੱਚ ਗੈਰ ਕਾਨੂੰਨੀ ਢੰਗ ਨਾਲ ਸਪਲਾਈ ਕਰਦਾ ਸੀ। ਪੁਲਿਸ ਨੇ ਉਸ ਦੇ ਕਬਜ਼ੇ 'ਚੋਂ 24 ਪਿਸਤੌਲਾਂ ਅਤੇ ਇੱਕ ਰਿਵਾਲਵਰ ਸਮੇਤ 25 ਹੋਰ ਹਥਿਆਰ ਵੀ ਬਰਾਮਦ ਕੀਤੇ ਹਨ। ਅੱਜ ਇੱਕ ਇੰਟੈਲੀਜੈਂਸ ਲੈਡ ਆਪਰੇਸ਼ਨ ਦੇ ਵਿੱਚ ਪੰਜਾਬ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਜਦੋਂ ਮੱਧ ਪ੍ਰਦੇਸ਼ ਦੇ ਬੁਰਹਾਨਪੁਰ ਤੇ ਖਾਰਗਾਂਵ ਏਰੀਏ ਤੋਂ 55 ਪਿਸਟਲਸ ਰਿਕਵਰ ਹੋਈਆਂ ਹੈ ਤੇ 2 ਮੁਲਜ਼ਮ ਐਪਰੀਹੈਂਡ ਕੀਤੇ ਹੈ ਪੰਜਾਬ ਪੁਲਿਸ ਦੀ ਕਾਊਂਟਰ ਇੰਟੈਲੀਜੈਂਸ ਦੀ ਟੀਮ ਨੇ। ਸਾਡੀ ਟੀਮ ਹਜੇ ਵੀ ਉੱਥੇ ਹੈਗੀ ਤੇ ਆਪਰੇਸ਼ਨ ਚੱਲ ਰਹੇ ਹੈਗੇ। ਚੀਫ ਮਿਨਿਸਟਰ ਪੰਜਾਬ ਦੇ ਆਦੇਸ਼ਾਂ ਮੁਤਾਬਿਕ ਪੰਜਾਬ ਨੂੰ ਡਰੱਗ ਫ੍ਰੀ ਤੇ ਕ੍ਰਾਈਮ ਫ੍ਰੀ ਬਣਾਉਣ ਲਈ ਪੰਜਾਬ ਪੁਲਿਸ ਨੇ ਪ੍ਰੋਐਕਟਿਵ ਤਰੀਕੇ ਨਾਲ ਪੁਆਇੰਟ ਆਫ origin ਤੋਂ ਜਿੱਥੋਂ ਅਸਲਾ ਜਿੱਥੋਂ ਵੈਪਨਸ ਪੰਜਾਬ ਦੇ ਵਿੱਚ ਆ ਰਹੇ ਆ ਉੱਥੇ ਜਾ ਕੇ ਉਹਨਾਂ ਨੂੰ ਟਰੇਸ ਕਰਕੇ ਨਿਊਟਰਲਾਈਜ਼ ਕਰ ਰਹੇ ਹੈਗੇ ਤੇ ਅਸੀਂ ਬਹੁਤ ਹੀ ਛੇਤੀ ਪੰਜਾਬ ਨੂੰ ਕ੍ਰਾਈਮ ਫ੍ਰੀ ਟੋਟਲੀ ਬਣਾ ਦਾਂਗੇ, ਗੈਂਗਸਟਰਸ ਤੇ ਡਰੱਗਸ ਤੋਂ ਟੋਟਲੀ ਫ੍ਰੀ ਕਰ ਦਾਂਗੇ ਸਟੇਟ ਨੂੰ। ਮਸੀਹੀ ਮਹਾਸਭਾ ਪੰਜਾਬ ਕੈਥੋਲਿਕ ਚਰਚ ਆਫ ਇੰਡੀਆ, ਚਰਚ ਆਫ ਨਾਰਥ ਇੰਡੀਆ ਅਤੇ ਹੋਰ 7 ਚਰਚਾਂ ਦਾ ਸਾਂਝਾ ਵਫਦ ਸ਼੍ਰੀ ਅਕਾਲ ਤਖ਼ਤ ਸਾਹਿਬ ਵਿਖੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਅਤੇ ਜਥੇਦਾਰ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਗਿਆਨੀ ਰਘਵੀਰ ਸਿੰਘ ਦੀ ਅਗਵਾਈ ਵਿੱਚ ਸਿੱਖ ਚਿੰਤਕਾਂ ਨੂੰ ਮਿਲਿਆ। ਬੈਠਕ ਵਿੱਚ ਨਕਲੀ ਪਾਸਟਰਾਂ ਵੱਲੋਂ ਪੰਜਾਬ ਵਿੱਚ ਲਗਾਤਾਰ ਸਿੱਖ ਸਿਧਾਂਤਾਂ ਨੂੰ ਚੁਣੌਤੀ ਦਿੰਦਿਆਂ ਝੂਠ ਅੰਧ ਵਿਸ਼ਵਾਸ ਦੇ ਭਰਮਜਾਲ ਰਾਹੀਂ ਕਰਵਾਏ ਜਾ ਰਹੇ ਧਰਮ ਪਰਿਵਰਤਨ, ਗੁਰਬਾਣੀ ਦੀ ਬੇਅਦਬੀ, ਗੁਰੂ ਸਾਹਿਬਾਨ ਤੇ ਸਿੱਖ ਸਿਧਾਂਤਾਂ ਬਾਰੇ ਕੂੜ ਪ੍ਰਚਾਰ ਅਤੇ ਭੋਲੇ ਭਾਲੇ ਲੋਕਾਂ ਦਾ ਸਰੀਰਕ, ਮਾਨਸਿਕ ਤੇ ਆਰਥਿਕ ਸ਼ੋਸ਼ਣ ਦੇ ਮੁੱਦਿਆਂ ਤੇ ਗੰਭੀਰ ਵਿਚਾਰ ਚਰਚਾ ਕੀਤੀ ਗਈ। ਉੱਥੇ ਹੀ ਜਥੇਦਾਰ ਸ਼੍ਰੀ ਅਕਾਲ ਤਖ਼ਤ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਪੰਜਾਬ ਦੇ ਹਾਲਾਤ ਸੁਖਾਵੇਂ ਰੱਖਣ ਲਈ ਈਸਾਈਅਤ ਦੇ ਨਾਮ ਤੇ ਕੀਤੇ ਜਾ ਰਹੇ ਗੁੰਮਰਾਹਕੁਨ ਪ੍ਰਚਾਰ ਤੇ ਰੋਕ ਲਾਉਣ ਲਈ ਈਸਾਈ ਆਗੂਆਂ ਨੂੰ सख्त फैसले लेने की ज़रूरत है। तो कुछ जो सिख कम्युनिटी के लिए कुछ प्रॉब्लम आई है कि कुछ जो अपने आप को चाहे प्रचारक कहते हैं, पादरी कहते हैं, प्रॉफिट कहते हैं या अपोस्टल कहते हैं, बिशप भी कहते हैं, वो कुछ सिख जो धर्म के सेंटिमेंट्स हैं उसको हट कर रहे हैं और कुछ ऐसे काम हो रहा है जिसकी वजह से आज पंजाब में एक खतरा पैदा हो गया है। कम्युनिटी को डिवाइड करने की बात हो रही है, तो उसके बारे में बात हुई। उन्होंने कुछ प्रूफ के हिसाब से हमें हमारे सामने पेश किया जिसको हमने देखा और हमने एज ऑन बिहाफ ऑफ द मेनलैंड चर्चेस जो कि रोमन कैथोलिक चर्च, CNA, सैल्वेशन आर्मी, मेथोडिस्ट चर्च है और सेवन एडवेंटिस्ट है, तो उनके तरफ से ये ज़रूर हमने कहा कि वी आर वेरी सॉरी कि ये तो नहीं होना चाहिए। कोई भी ऐसे काम करता है, कोई भी, वो क्रिश्चियन नहीं है, मैं तो कहूँगा कि वो इंसान भी नहीं है, बिल्कुल, क्योंकि कोई भी धर्म का व्यक्ति और किसी धर्म का अपमान करने का अधिकार उसको कौन दिया है। सुप्रीम कोर्ट की टिप्पणी तो बाद किसान आगू बलबीर सिंह राजेवाल का वड्डा बयान सामने आया है। उन्हों का कहना है कि SYL किसी भी सूरत विच निकलन नहीं देंगे, पहला बैठ के पानियां दी गल की जाए। उन्होंने कहा कि हर बार चोणां दे समय मुद्दे नूं चक के माहौल खराब किया जाता है। समय समय दीयां सरकारां ने पंजाब नाल धक्का किया है। उन्होंने कहा कि अजिहे मुद्दों ते चर्चा करवा के सरकार होर मुद्दों तो ध्यान हटाउण की कोशिश कर रही है। बलबीर सिंह राजेवाल ने कहा कि आने वाले नवंबर महीने विच असीं इस मुद्दे यानी पंजाब दे पाणीआं दे मुद्दे ते वड्डी लड़ाई लड़न जा रहे हां। ਪੰਜਾਬ ਦਾ ਪਾਣੀਆਂ ਦੇ ਉੱਤੇ ਹਰ ਤਰ੍ਹਾਂ ਨਾਲ ਅਧਿਕਾਰ ਹੈ। ਸਾਡੇ ਕੰਸਟੀਟਿਊਸ਼ਨ 'ਚ ਸਟੇਟ ਲਿਸਟ 17 ਨੰਬਰ ਤੇ ਪਾਣੀ ਦਰਜ ਹੈ। ਇਸ ਕਰਕੇ ਇਹਦਾ ਮਤਲਬ ਹੈ ਵੀ ਪਾਣੀਆਂ ਦੇ ਮਸਲੇ 'ਚ ਸੈਂਟਰ ਦਖਲ ਨਹੀਂ ਦੇ ਸਕਦਾ, ਕੋਈ ਕੋਰਟ ਦਖਲ ਨਹੀਂ ਦੇ ਸਕਦੀ। ਇਹ ਤੋਂ ਵੀ ਬਿਨਾਂ ਜਦੋਂ ਵੀ ਪਾਣੀ ਦੀ ਵੰਡ ਕੋਈ ਕਾਣੀ ਵੰਡ ਕੀਤੀ ਤਾਂ ਕੋਈ ਨਾ ਕੋਈ ਛੜਯੰਤਰ ਰਚਿਆ ਗਿਆ। ਰੀਆਰਗਨਾਈਜੇਸ਼ਨ ਐਕਟ ਵਿੱਚ ਧਾਰਾ 78 79 80 ਪਾਉਣਾ ਹੀ ਇੱਕ ਛੜਯੰਤਰ ਸੀ, ਪੰਜਾਬ ਤੋਂ ਪਾਣੀ ਖੋਹਣ ਦੀ ਇੱਕ ਕੋਸ਼ਿਸ਼ ਸੀ। ਔਰ ਉਹ ਤੋਂ ਬਾਅਦ ਜਦੋਂ ਇਹਦੇ ਵਿਰੋਧ ਵਿੱਚ ਸੁਪਰੀਮ ਕੋਰਟ 'ਚ ਪਟੀਸ਼ਨ ਪਾਈ ਗਈ ਤਾਂ ਉਸ ਵੇਲੇ ਦੇ ਪ੍ਰਧਾਨ ਮੰਤਰੀ ਵੱਲੋਂ ਘੁਰਕੀ ਦੇ ਕੇ ਮੁੱਖ ਮੰਤਰੀ ਤੋਂ ਪਟੀਸ਼ਨ ਵਾਪਸ ਕਰਵਾਉਣਾ ਫਿਰ ਇੱਕ ਛੜਯੰਤਰ ਸੀ। ਤੇ ਅੱਜ ਪੰਜਾਬ ਦੇ ਲੋਕ ਅੱਕ ਚੁੱਕੇ ਨੇ, ਧਰਤੀ ਹੇਠਲਾ ਪਾਣੀ ਹੈ ਨਹੀਂ।
ਜਿਹੜਾ ਹੈਗਾ ਉਹ ਪੋਲਿਊਟਡ ਹੈ, ਕਿਸੇ ਤਰ੍ਹਾਂ ਵੀ ਲੋਕਾਂ ਨੂੰ ਨਾ ਪੀਣ ਲਈ ਸੂਟ ਕਰਦਾ ਨਾ ਫਸਲਾਂ ਲਈ ਸੂਟ ਕਰਦਾ। ਇਸ ਕਰਕੇ ਪੰਜਾਬ ਦੇ ਲੋਕ ਪਾਣੀ ਤੇ ਹੁਣ ਬਹੁਤ ਭਾਵੁਕ ਹੋਏ ਨੇ। ਜਦੋਂ ਦਾ ਸੁਪਰੀਮ ਕੋਰਟ ਨੇ ਕੱਲ੍ਹ ਇਹ ਗੱਲ ਕਹੀ ਹੈ, ਉਹਨਾਂ ਨੂੰ ਫੇਰ ਬੇਗਾਨਗੀ ਦੀ ਭਾਵਨਾ ਉਹਨਾਂ ਦੇ ਅੰਦਰ ਪੈਦਾ ਹੋ ਰਹੀ ਹੈ। ਤੇ ਮੈਂ ਸਮਝਦਾ ਸੁਪਰੀਮ ਕੋਰਟ ਨੂੰ ਦੇਖਣਾ ਚਾਹੀਦਾ ਹੈ ਵੀ ਇੱਕ ਬਾਰਡਰ ਸਟੇਟ ਹੈ, ਇਹਨੇ ਬਹੁਤ ਲੰਬਾ ਸਮਾਂ SYL ਦੇ ਮੁੱਦੇ ਤੇ ਸੰਤਾਪ ਭੋਗ ਲਿਆ। ਬਾਰ-ਬਾਰ ਉਸ ਅੱਗ ਵਿੱਚ ਸਾਡੀਆਂ ਅਦਾਲਤਾਂ ਇਹ ਇਨ ਵਿਊ ਰੱਖ ਕੇ ਫੈਸਲੇ ਕਰਨ, ਬਾਰ-ਬਾਰ ਪੰਜਾਬ ਨੂੰ ਅੱਗ ਵੱਲ ਨਾ ਧੱਕਣ। ਤੇ ਅਸੀਂ ਫੈਸਲਾ ਕੀਤਾ ਹੈ ਵੀ ਸਰਕਾਰ ਦੱਸੇ ਕਿ ਇਹ ਸੰਵਿਧਾਨ ਅਨੁਸਾਰ ਚੱਲਦੀ ਹੈ ਕਿ ਸਿਆਸੀ ਟਪਲੇਬਾਜ਼ੀਆਂ ਨਾਲ। ਸਿਆਸੀ ਟਪਲੇਬਾਜ਼ੀਆਂ ਨਾਲ ਅਸੀਂ ਪੰਜਾਬ ਦਾ ਬਹੁਤ ਕੁਝ ਗਵਾ ਲਿਆ। ਹੁਣ ਹੋਰ ਅਸੀਂ ਪੰਜਾਬ ਦਾ ਪਾਣੀ ਲੁੱਟਣ ਨਹੀਂ ਦੇਵਾਂਗੇ। ਅਸੀਂ ਤਿਆਰੀ ਕਰ ਰਹੇ ਹਾਂ, ਔਰ ਜੇ ਸਰਕਾਰ ਨੇ SYL ਫੇਰ ਦੁਬਾਰਾ ਪੱਟਣ ਦੀ ਕੋਸ਼ਿਸ਼ ਕੀਤੀ, ਅਸੀਂ 6 ਵੱਡੀਆਂ ਕਾਨਫਰੰਸਾਂ 4-4 ਜ਼ਿਲ੍ਹਿਆਂ 'ਚ ਇੱਕ ਕਾਨਫਰੰਸ ਲੋਕਾਂ ਨੂੰ ਤਿਆਰ ਕਰਨ ਵਾਸਤੇ ਰੱਖੀਆਂ ਨੇ। ਇਹ ਤੋਂ ਬਾਅਦ ਨਵੰਬਰ ਵਿੱਚ ਅਸੀਂ ਮੋਰਚਾ ਲਾ ਦੇਵਾਂਗੇ। ਫਰੀਦਕੋਟ ਰਿਆਸਤ ਦੇ ਮਹਾਰਾਜਾ ਹਰਿੰਦਰ ਸਿੰਘ ਬਰਾੜ ਦੀ ਵਸੀਅਤ ਨੂੰ ਗੈਰ ਕਾਨੂੰਨੀ ਮੰਨਦਿਆਂ ਵਸੀਅਤ ਦੇ ਆਧਾਰ ਤੇ ਬਣੇ ਟਰਸਟ ਨੂੰ ਸੁਪਰੀਮ ਕੋਰਟ ਨੇ ਖਤਮ ਕਰ ਦਿੱਤਾ ਹੈ ਅਤੇ ਫਰੀਦਕੋਟ ਰਿਆਸਤ ਦੀ ਕੁੱਲ ਜਾਇਦਾਦ ਨੂੰ ਮਹਾਰਾਜਾ ਹਰਿੰਦਰ ਸਿੰਘ ਬਰਾੜ ਦੇ ਪਰਿਵਾਰ ਵਿੱਚ ਵੰਡਣ ਦੇ ਆਦੇਸ਼ ਦਿੱਤੇ ਹਨ। 25,000 ਕਰੋੜ ਰੁਪਏ ਤੋਂ ਵੱਧ ਦੀ ਜਾਇਦਾਦ ਹੁਣ ਤੱਕ ਮਹਾਰਾਵਲ ਖੇਵਾ ਜੀ ਟਰਸਟ ਸੰਭਾਲ ਰਿਹਾ ਸੀ। 30 ਸਤੰਬਰ ਤੋਂ ਬਾਅਦ ਮਹਾਰਾਵਲ ਖੀਵਾ ਜੀ ਟਰਸਟ ਦੀ ਹੋਂਦ ਖਤਮ ਹੋ ਜਾਵੇਗੀ ਅਤੇ ਕੁੱਲ ਜਾਇਦਾਦ ਸ਼ਾਹੀ ਪਰਿਵਾਰ ਵਿੱਚ ਵੰਡਣ ਪ੍ਰਕਿਰਿਆ ਸ਼ੁਰੂ ਹੋਵੇਗੀ। ਇੰਸਟਾਗ੍ਰਾਮ ਤੇ ਜਲਦ ਮਸ਼ਹੂਰ ਹੋਣ ਅਤੇ ਆਪਣੇ ਫਾਲੋਅਰ ਵਧਾਉਣ ਦੇ ਲਈ ਸਿੱਧੂ ਮੂਸੇਵਾਲਾ ਦੇ ਪਿਤਾ ਨੂੰ ਪੋਸਟ ਪਾ ਕੇ ਧਮਕੀ ਦੇਣ ਵਾਲੇ ਇੱਕ ਵਿਅਕਤੀ ਨੂੰ ਦਿੱਲੀ ਤੋਂ ਮਾਨਸਾ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ, ਜਿਸ ਨੂੰ ਮਾਨਸਾ ਦੀ ਅਦਾਲਤ ਵਿੱਚ ਪੇਸ਼ ਕਰਕੇ 5 ਦਿਨਾਂ ਦਾ ਪੁਲਿਸ ਰਿਮਾਂਡ ਵੀ ਹਾਸਲ ਕੀਤਾ ਗਿਆ ਹੈ। ਸਿੱਧੂ ਮੂਸੇਵਾਲਾ ਦੇ ਪਿਤਾ ਨੂੰ ਈਮੇਲ ਦੇ ਜ਼ਰੀਏ ਧਮਕੀਆਂ ਦੇਣ ਵਾਲੇ ਇੱਕ ਸ਼ਖਸ ਨੂੰ ਮਾਨਸਾ ਪੁਲਿਸ ਨੇ ਗ੍ਰਿਫਤਾਰ ਕਰ ਲਿਆ। SSP ਮਾਨਸਾ ਗੌਰਵ ਤੂਰ ਨੇ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਿੱਧੂ ਮੂਸੇਵਾਲਾ ਦੇ ਪਿਤਾ ਨੂੰ ਈਮੇਲ ਦੇ ਜ਼ਰੀਏ ਨਾਮਾਲੂਮ ਵਿਅਕਤੀ ਵੱਲੋਂ ਧਮਕੀ ਦੇਣ ਤੋਂ ਬਾਅਦ ਮਾਮਲਾ ਦਰਜ ਕਰਕੇ ਦਿੱਲੀ ਪੁਲਿਸ ਦੇ ਤਾਲਮੇਲ ਨਾਲ ਦੋਸ਼ੀ ਮਹੀਪਾਲ ਵਾਸੀ ਕੋਕਿਲਬ ਫਿਟਕਾਸੀ ਜ਼ਿਲ੍ਹਾ ਜੋਧਪੁਰ ਰਾਜਸਥਾਨ ਨੂੰ 2 ਮੋਬਾਈਲ ਫੋਨ ਸਮੇਤ ਦਿੱਲੀ ਦੇ ਬਹਾਦਰਗੜ੍ਹ ਤੋਂ ਗ੍ਰਿਫਤਾਰ ਕਰਕੇ ਅਦਾਲਤ ਵਿੱਚ ਪੇਸ਼ ਕੀਤਾ ਗਿਆ ਹੈ। ਕੁਝ ਦਿਨ ਪਹਿਲਾਂ ਮਾਨਸਾ ਜ਼ਿਲ੍ਹਾ ਪੁਲਿਸ ਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਸਿੱਧੂ ਮੂਸੇਵਾਲਾ .net ਦੇ ਉੱਤੇ ਇੱਕ ਧਮਕੀ ਭਰਾ ਈਮੇਲ ਜਿਹੜਾ ਭੇਜਿਆ ਗਿਆ ਹੈ, ਜਿਹਦੇ ਵਿੱਚ ਸਰਦਾਰ ਬਲਕੌਰ ਸਿੰਘ ਸਿੱਧੂ ਉਹਨਾਂ ਨੂੰ ਥ੍ਰੈਟ ਦਿੱਤੀ ਗਈ ਸੀ। ਜਿਹੜਾ ਈਮੇਲ ਆਇਆ ਸੀ, ਇਹ ਇੱਕ ਈਮੇਲ ID ਜਿਹੜਾ ਸ਼ੂਟਰ AJ ਲਾਰੈਂਸ ਬਿਸ਼ਨੋਈ ਗਰੁੱਪ ਜਿਹੜਾ ਉਹਦੇ ਥਰੂ ਜਿਹੜੀ ਇਹਨਾਂ ਨੂੰ ਭੇਜੀ ਗਈ ਸੀ। ਇਮੀਡੀਏਟਲੀ ਜਿਹੜੀ ਕਾਰਵਾਈ ਕਰਦੀ ਹੋਏ ਜ਼ਿਲ੍ਹਾ ਪੁਲਿਸ ਵੱਲੋਂ ਇਸ ਚੀਜ਼ ਦਾ ਜਿਹੜਾ ਕੋਗਨੀਜ਼ੈਂਸ ਲੈਂਦੇ ਹੋਏ ਮੁਕੱਦਮਾ ਨੰਬਰ 222 ਦਰਜ ਕੀਤਾ ਗਿਆ ਹੈ ਧਾਰਾਵਾਂ 384 506 IPC ਦੇ ਤਹਿਤ ਸਦਰ ਮਾਨਸਾ ਥਾਣੇ ਦੇ ਵਿੱਚ, ਤੇ ਤਫਤੀਸ਼ ਜਿਹੜੀ ਆਰੰਭ ਕੀਤੀ ਗਈ ਸੀ ਅਤੇ ਦਿੱਲੀ ਪੁਲਿਸ ਦੇ ਕੋਆਰਡੀਨੇਸ਼ਨ ਦੇ ਨਾਲ ਮਾਨਸਾ ਪੁਲਿਸ ਨੇ ਅਤੇ ਹੋਰ ਏਜੰਸੀਆਂ ਦੀ ਕੋਆਰਡੀਨੇਸ਼ਨ ਦੇ ਨਾਲ ਆਪਾਂ ਜਿਹੜਾ ਇਹਦਾ ਮੇਨ ਦੋਸ਼ੀ ਹੈਗਾ ਹੈ, ਜਿਹਦਾ ਨਾਮ ਮਹੀਪਾਲ ਪੁੱਤਰ ਉਮਾਰਾਮ ਵਾਸੀ ਜੋਧਪੁਰ ਹੈਗਾ ਹੈ, ਉਹਨੂੰ ਅਸੀਂ ਜਿਹੜਾ ਦਿੱਲੀ ਤੋਂ ਰਾਉਂਡ ਅਪ ਕੀਤਾ ਹੈਗਾ ਹੈ ਤੇ ਹੁਣ ਉਹਨੂੰ ਅਰੈਸਟ ਵੀ ਕੀਤਾ ਗਿਆ ਹੈਗਾ ਹੈ। ਮਨਰੇਗਾ ਦੀਆਂ ਦੇਣਦਾਰੀਆਂ ਦੇ ਬਕਾਇਆ ਫੰਡ ਕੇਂਦਰ ਪਾਸੋਂ ਜਾਰੀ ਕਰਵਾਉਣ, ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਸੂਬੇ ਦੇ ਟੀਚਿਆਂ ਦੀ ਪ੍ਰਵਾਨਗੀ ਅਤੇ ਪੰਜਾਬ ਦੇ ਪੇਂਡੂ ਖੇਤਰਾਂ ਦੇ ਵਿਕਾਸ ਨਾਲ ਸੰਬੰਧਿਤ ਅਹਿਮ ਮੁੱਦਿਆਂ ਨੂੰ ਲੈ ਕੇ ਪੰਜਾਬ ਦੇ ਪੇਂਡੂ ਵਿਕਾਸ, ਪ੍ਰਵਾਸੀ ਭਾਰਤੀ ਮਾਮਲੇ ਅਤੇ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਸ਼੍ਰੀ ਕੁਲਦੀਪ ਸਿੰਘ ਧਾਲੀਵਾਲ ਵੱਲੋਂ ਅੱਜ ਪੇਂਡੂ ਵਿਕਾਸ ਬਾਰੇ ਕੇਂਦਰੀ ਰਾਜ ਮੰਤਰੀ ਸਾਧਵੀ ਨਿਰੰਜਨ ਜੋਤੀ ਨਾਲ ਸਥਾਨਕ ਖੇਤੀਬਾੜੀ ਭਵਨ ਵਿਖੇ ਮੁਲਾਕਾਤ ਕੀਤੀ ਗਈ। ਮੀਟਿੰਗ ਉਪਰੰਤ ਮੀਡੀਆ ਨਾਲ ਗੱਲਬਾਤ ਕਰਦਿਆਂ ਸ਼੍ਰੀ ਧਾਲੀਵਾਲ ਨੇ ਦੱਸਿਆ ਕਿ ਪੰਜਾਬ ਵਿੱਚ ਮਨਰੇਗਾ ਸਕੀਮ ਤਹਿਤ ਕਰਵਾਏ ਗਏ ਵਿਕਾਸ ਕੰਮਾਂ ਨਾਲ ਸੰਬੰਧਿਤ ਮਟੀਰੀਅਲ ਦੀਆਂ ਦੇਣਦਾਰੀਆਂ ਦੇ ਬਕਾਇਆ 450 ਕਰੋੜ ਰੁਪਏ ਵਿੱਚੋਂ 188 ਕਰੋੜ ਰੁਪਏ ਕੇਂਦਰ ਵੱਲੋਂ ਲੰਘੀ 5 ਸਤੰਬਰ ਨੂੰ ਜਾਰੀ ਕਰ ਦਿੱਤੇ ਗਏ ਸਨ। ਉਹਨਾਂ ਦੱਸਿਆ ਕਿ ਕੇਂਦਰੀ ਪੇਂਡੂ ਵਿਕਾਸ ਮੰਤਰਾਲੇ ਨੂੰ ਬਾਕੀ ਬਚਦੇ 262 ਕਰੋੜ ਰੁਪਏ ਜਲਦ ਜਾਰੀ ਕਰਨ ਲਈ ਅਪੀਲ ਕੀਤੀ ਗਈ ਹੈ। ਕਰੰਟਲੀ ਉਹਨਾਂ ਨਾਲ ਅਸੀਂ ਬੇਨਤੀ ਕੀਤੀ ਉਹਨਾਂ ਨੂੰ, ਔਰ ਸਾਡੀ ਬੇਨਤੀ ਉਹਨਾਂ ਨੇ ਕਬੂਲ ਕੀਤੀ ਹੈ, ਔਰ ਅਸੀਂ ਸਾਡਾ ਜਿਹੜਾ ਮਨਰੇਗਾ ਦੇ ਤਹਿਤ ਕੰਮ ਹੋਏ ਸੀਗੇ ਪੰਜਾਬ 'ਚ, ਉਹਦੀਆਂ ਦੇਣਦਾਰੀਆਂ ਸਾਡੀਆਂ ਜਿਹੜੀਆਂ ਸੀਗੀਆਂ 450 ਕਰੋੜ ਰੁਪਏ ਦੀਆਂ ਸੀਗੀਆਂ। ਅਸੀਂ ਪਿਛਲੇ ਮਹੀਨੇ ਤੋਂ ਕੋਸ਼ਿਸ਼ ਕਰ ਰਹੇ ਸੀਗੇ, ਲੈਟਰ ਵੀ ਲਿਖੀ ਸੀਗੀ ਤੇ ਸਾਡੀ ਫੋਨ ਤੇ ਵੀ ਗੱਲ ਹੋਈ ਸੀਗੀ। ਉਸ ਗੱਲਬਾਤ ਤੇ ਲੈਟਰ ਲਿਖਣ ਤੋਂ ਬਾਅਦ ਮੈਡਮ ਨੇ 188 ਕਰੋੜ ਰੁਪਈਆ ਜਿਹੜਾ
ਉਹ 5 ਸਤੰਬਰ ਨੂੰ ਰਿਲੀਜ਼ ਕਰ ਦਿੱਤਾ ਸੀਗਾ। ਪਰ ਸਾਡੀਆਂ ਕਿਉਂਕਿ ਦੇਣਦਾਰੀਆਂ 450 ਕਰੋੜ ਦੀਆਂ ਸੀਗੀਆਂ, 262 ਕਰੋੜ ਰੁਪਈਆ ਬਕਾਇਆ ਸੀਗਾ। ਉਹਦੇ ਵਾਸਤੇ ਹੀ ਬੇਨਤੀ ਕਰਕੇ ਆਏ ਔਰ ਉਹਨਾਂ ਨੇ ਮਤਲਬ ਕਹਿਤਾ ਕਿ ਅਸੀਂ ਇਹ ਪੈਸਾ ਵੀ ਰਿਲੀਜ਼ ਜਿਹੜਾ ਕਰ ਦਿਆਂਗੇ। ਇਹੀ ਉਹਨਾਂ ਨੂੰ ਦੱਸਿਆ ਕਿ ਲੋਕਾਂ ਕੋਲੋਂ ਅਸੀਂ ਐਡਵਾਂਸ ਸਮਾਨ ਲੈ ਕੇ ਜਿਹੜਾ ਵਿਕਾਸ ਕੀਤਾ ਤੇ ਲੋਕ ਪੈਸੇ ਜਿਹੜੇ ਮੰਗਦੇ ਆ। ਸੋ ਮੈਡਮ ਦਾ ਧੰਨਵਾਦ ਕਿ ਉਹਨਾਂ ਨੇ ਕਿਹਾ ਕਿ ਪੈਸਾ ਜਿਹੜਾ ਅਸੀਂ ਜਲਦੀ ਮਤਲਬ ਜਿਹੜਾ ਇਸ ਮਹੀਨੇ ਦੇ ਵਿੱਚ ਸਾਨੂੰ 262 ਕਰੋੜ ਰੁਪਈਆ ਜਿਹੜਾ ਹੋਰ ਜਿਹੜਾ ਉਹ ਮਿਲ ਜੂਗਾ। ਕੇਂਦਰੀ ਮੰਤਰੀ ਮੰਡਲ ਨੇ ਬੁੱਧਵਾਰ ਨੂੰ ਅਹਿਮ ਫੈਸਲੇ ਲਏ ਹਨ। ਮੰਤਰੀ ਮੰਡਲ ਨੇ ਪ੍ਰਧਾਨ ਮੰਤਰੀ ਸਕੂਲ ਫਾਰ ਰਾਈਜ਼ਿੰਗ ਇੰਡੀਆ ਯੋਜਨਾ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਸਕੀਮ ਤਹਿਤ 14,500 ਸਕੂਲਾਂ ਨੂੰ ਮੁੜ ਸੁਰਜੀਤ ਕੀਤਾ ਜਾਵੇਗਾ। ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਤੇ ਅਨੁਰਾਗ ਠਾਕੁਰ ਨੇ ਕੈਬਨਿਟ ਦੇ ਫੈਸਲਿਆਂ ਦੀ ਜਾਣਕਾਰੀ ਦਿੱਤੀ ਹੈ। ਦੱਸ ਦਈਏ ਕਿ ਸਿੱਖਿਆ ਦਿਵਸ ਦੇ ਮੌਕੇ ਤੇ ਨਰਿੰਦਰ ਮੋਦੀ ਨੇ ਪ੍ਰਧਾਨ ਮੰਤਰੀ ਸ਼੍ਰੀ ਯੋਜਨਾ ਦਾ ਐਲਾਨ ਕੀਤਾ ਸੀ। ਇਸ ਸਕੀਮ ਤਹਿਤ 14,500 ਸਕੂਲਾਂ ਨੂੰ ਅਪਗ੍ਰੇਡ ਕਰਕੇ ਵਿਕਸਿਤ ਕਰਨ ਦਾ ਐਲਾਨ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਸਕੂਲ ਨਵੀਂ ਰਾਸ਼ਟਰੀ ਸਿੱਖਿਆ ਨੀਤੀ ਦੀ ਭਾਵਨਾ ਨੂੰ ਦਰਸਾਉਂਦੇ ਹੋਏ मॉडल स्कूल बननगे। आज 7 सितंबर में कैबिनेट एक महत्वपूर्ण विषय को मंजूरी दी है, जिसके बारे में एक प्रारंभिक जानकारी शिक्षक दिवस के अवसर पर स्वयं माननीय प्रधानमंत्री जी ने देशवासियों को दिया था। पिछले 2 साल से देश में राष्ट्रीय शिक्षा नीति लागू की गई है। राष्ट्रीय शिक्षा नीति में जो मोटा मोटा कुछ प्रमुख बिंदु पिछले 2 सालों में लोगों की मन पे उतर रही है। 21वीं सदी की नई पीढ़ी राष्ट्रीय शिक्षा नीति तैयार करेगी, ग्लोबल सिटीजन तैयार करेगी, भारतीय भाषा आधारित, भारतीय पद्धति आधारित शिक्षा व्यवस्था एनईपी की एक प्रमुख अंश है। इसको क्रियान्वयन करने के लिए, उसको इम्प्लीमेंटेशन करने के लिए पाठ्यक्रम से लेकर स्कूल की ढांचा, जिसके बारे में अभी आदरणीय अनुराग जी ने भी उल्लेख किया, सरकार समग्र शिक्षा अभियान, पीएम पोषण अभियान, ऐसे महत्वाकांक्षी योजनाओं के साथ साथ शिक्षा एक भागीदारी की दायित्व की विभाग होने के नाते, कॉन्क्रीट लिस्ट में रहने के नाते अनेक राज्यों ने भी अपना अपना तरीका अपनाया है। लेकिन उसी के अंदर एक नया मॉडल खड़ा करने के लिए आज कैबिनेट ने एक नया प्रारूप का अनुमोदन किया है। प्राइम मिनिस्टर्स स्कूल्स फॉर राइजिंग इंडिया, प्राइम मिनिस्टर स्कूल फॉर राइजिंग इंडिया PM-श्री के नाम पे एक आदर्श विद्यालय, एक सर्वश्रेष्ठ विद्यालय, एक मॉडल स्कूल बनाने के लिए आज कैबिनेट ने मंजूरी दी है। ट्रांसपोर्ट टेंडर घोटाला मामले विच भारत भूषण आशू दे कथित पीए मीनू मल्होत्रा दी न्यू मॉडल टाउन इलाके विच जायदादां उत्ते विजिलेंस वालों छापेमारी की गई। इस दौरान पुलिस फोर्स नाल सीनियर अधिकारी भी पुजे। फिलहाल अजे अंदर छापेमारी चल रही सी। तुहानूं इह वी दस दईए कि अज ही आशू दी जमानत अर्जी उत्ते कोर्ट ने फैसला सुरक्षित रखिया सी। ਤੇ ਇਸ ਦੇ ਨਾਲ ਹੀ ਅਜੀਤ ਖਬਰਾਂ ਦਾ ਅੱਜ ਦਾ ਇਹ ਬੁਲੇਟਿਨ ਇੱਥੇ ਹੀ ਖਤਮ ਹੁੰਦਾ ਹੈ। ਕੱਲ ਤੁਹਾਡੀ ਖਿਦਮਤ ਦੇ ਵਿੱਚ ਤਾਜ਼ਾ ਤਰੀਨ ਖਬਰਾਂ ਦਾ ਇੱਕ ਹੋਰ ਬੁਲੇਟਿਨ ਲੈ ਕੇ ਅਸੀਂ ਫਿਰ ਹਾਜ਼ਰ ਹੋਵਾਂਗੇ। ਤਦ ਤੱਕ ਦੇ ਲਈ ਤੁਸੀਂ ਵੇਖਦੇ ਰਹੋ ਅਜੀਤ ਵੈਬ TV।